दोस्तों स्वरनजीत सवी का काव सफ़र उसका चित्रकारी का सफ़र बहुत लंबेरा है, परंतु जिथे साढ़े कुछ मेहमान दोस्त उसके इस सफ़र के बारे गल्लां करनगे, उत्थे खुद स्वरनजीत सवी अपनी जिंदगी के सफ़र बारे भी साढ़े नाल अपनी सांझ पाएगा। मैं उहदे बारे इन्ना कुछ कहना चाहांगा कि जिंदगी दे विच बहुत सारिया दुश्वारियां का उसनूं सामना करना पिया और बहुत सारे दुख दे विचों उसनूं लंघना पिया। ते सब तो वड्डा दुख सी उसदी मां का विछोड़ा, जिसनूं कभी भी नहीं भुला सकता। मैं जदों बाबे बगड़े रहिंदा सां ते उत्थे असीं एक ਸਾਹਿਤ सभा बनाई सी कि विपाशा ਸਾਹਿਤ धारा। उस विपाशा ਸਾਹਿਤ धारा ने एक बार रात का कवि दरबार करवाया सीगा ते मैनू हुण भी याद है कि स्वरनजीत सवी अपने स्कूटर के उत्ते लुधियाने तो बाबे बकाले तक का सफ़र तय करके उस कवि दरबार के विच हिस्सा लैण वास्ते साडे छोटे ਜਿਹੇ सद्दे ਦੇ उत्ते आया सीगा। ते रस्ते दे विच ब्यास दे लागे आके उसनूं काफ़ी खज्जल खुआरी का सामना करना पिया, क्योंकि उदों ही कोई पुलिस मुकाबला हो के हटिया सी, जिसका करके काफ़ी नाकाबंदी ते सख्ती की हुई सी। उसनूं थाने भी जाना पिया, परंतु जदों उसने दस्या कि वह बाबे बकाले कविता पढ़ जा रहा है तो वह एक कवि है, तो फिर उन्होंने जान दिता गया। तुहाडे ते स्वरनजीत सवी दे विचकार बहुत चिर नहीं रहांगा। आओ सुनते हैं सवी दियां अपने आप नाल गल्लां। जे मैं ਝਾਤ ਮਾਰਾਂ ਤਾਂ ਮੇਰੇ ਬਚਪਨ ਦੇ ਵਿੱਚ ਇੱਕ ਬਹੁਤ ਮੈਨੂੰ ਵੱਡੀ ਘਟਨਾ ਲੱਗਦੀ ਹੈ ਕਿ ਮੈਂ ਦੂਜੀ ਤੀਜੀ 'ਚ ਪੜ੍ਹਦਾ ਸੀਗਾ ਸਕੂਲ, ਅਤੇ ਘਰ ਤੋਂ ਸਕੂਲ ਕਰੀਬ ਅੱਧਾ ਪੌਣਾ ਕਿਲੋਮੀਟਰ ਦੂਰ ਸੀ। ਅਤੇ ਉਹਦੇ ਵਿੱਚ ਉੱਥੇ ਜਾਂਦਿਆਂ ਰਸਤੇ 'ਚ ਜਿਹੜਾ ਜਗਰਾਉਂ ਦੇ ਵਿੱਚ ਕਿਲ੍ਹਾ ਜਗਰਾਉਂ ਮੈਂ ਪੜ੍ਹਿਆ, ਅਤੇ ਉਸ ਕਿਲ੍ਹੇ ਦੇ ਬਿਲਕੁਲ ਐਂਡ ਦੇ ਵਿੱਚ ਸਕੂਲ ਸੀ। ਅਤੇ ਉਦੋਂ ਥੋੜ੍ਹਾ ਪਹਿਲਾਂ ਕਾਰਨਰ 'ਤੇ ਇੱਕ ਬਜ਼ੁਰਗ ਬਾਬਾ ਇੱਕ ਆਰਾਮ ਕੁਰਸੀ ਜਿਹਦੇ ਵਿੱਚੋਂ ਦਰੀ ਜੀ ਵਾਂਗੂ ਇੱਕ ਕੱਪੜਾ ਲੱਗਾ ਦਰੀ ਲੱਗੀ ਹੁੰਦੀ ਰਾਤ, ਉਹਨੂੰ ਆਰਾਮ ਕੁਰਸੀ ਜਿਹੜੀ ਅੱਜ ਕੱਲ੍ਹ ਆਪਾਂ ਨੂੰ ਘੱਟ ਦੇਖਣ ਨੂੰ ਮਿਲਦੀ ਹੈ, ਪੁਰਾਣੇ ਸਮੇਂ 'ਚ ਹੁੰਦੀ ਸੀ, ਉਹਦੇ 'ਤੇ ਬਾਬਾ ਬੈਠਦਾ ਅਤੇ ਇੱਕ ਛੋਟੇ ਜਿਹੇ ਟੇਬਲ 'ਤੇ ਉਹ ਸਵੇਰੇ ਸਾਡੇ ਸਕੂਲ ਜਾਣ ਤੋਂ ਪਹਿਲਾਂ ਕਲਮਾਂ ਘੜ ਕੇ ਰੱਖਦਾ ਸੀ। ਉਹ ਜਿਹਦੇ ਬੱਚੇ ਨੂੰ ਜਿਹਦੇ ਕੋਲ ਕਲਮ ਨਾ ਹੋਣੀ, ਉਹਨੇ ਚੁੱਪਚਾਪ ਉਹ ਕਲਮ ਚੁੱਕਣੀ ਅਤੇ ਸਕੂਲ ਚਲੇ ਜਾਣਾ। ਉਦੋਂ ਹਰ ਕਿਸੇ ਨੂੰ ਮਤਲਬ ਕੋਈ ਵੀ ਬੱਚਾ ਕਲਮ ਲਿਜਾ ਸਕਦਾ। ਜਦੋਂ ਵਾਪਸੀ 'ਤੇ ਅਸੀਂ ਆਉਣਾ ਤਾਂ ਇੱਕ ਸ਼ਰਤ ਹੁੰਦੀ ਸੀ ਬਾਬੇ ਦੀ ਕਿ ਮੈਨੂੰ ਆਪਣੀਆਂ ਫੱਟੀਆਂ ਦਿਖਾਓ। ਫਿਰ ਉਹ ਫੱਟੀਆਂ ਦੇਖਦਿਆਂ ਜਿਹਦੀ ਲਿਖਾਈ ਬਾਬੇ ਨੂੰ ਸੋਹਣੀ ਲੱਗਣੀ, ਖੁਸ਼ਖਤ ਲੱਗਣੀ, ਜਿਹਦੀ ਫੱਟੀ ਵਧੀਆ ਪੋਚ ਕੇ ਵਧੀਆ ਲਿਖਿਆ ਹੋਣਾ, ਉਹਨੂੰ ਬਾਬਾ ਇਨਾਮ 'ਚ ਇੱਕ ਕਲਮ ਦਿੰਦਾ ਸੀ। ਅਤੇ ਇਹ ਕਰਮ ਮੇਰੇ ਨਾਲ ਮਤਲਬ ਇਹ 2 ਸਾਲ 3 ਸਾਲ ਵਾਪਰਦਾ ਰਿਹਾ, ਅਤੇ ਮੈਂ ਬਹੁਤ ਸਾਰੀਆਂ ਕਲਮਾਂ ਬਾਬੇ ਤੋਂ ਇਨਾਮ 'ਚ ਲਈਆਂ। ਮੇਰੀ ਲਿਖਾਈ ਬਹੁਤ ਸੋਹਣੀ ਹੁੰਦੀ ਸੀ। ਅਤੇ ਅੱਜ ਜਦੋਂ ਮੈਂ ਯਾਦ ਕਰਦਾ ਕਿ ਮੇਰੀ ਪੇਂਟਿੰਗ ਕਰਨ ਵੱਲ ਰੁਚੀ, ਲਿਖਣ ਵੱਲ ਰੁਚੀ ਦਾ ਮੁੱਢ ਕਦੋਂ ਵੱਜਦਾ, ਤਾਂ ਮੈਨੂੰ ਲੱਗਦਾ ਕਿ ਉਹ ਬਾਬੇ ਦੀਆਂ ਜਿਹੜੀਆਂ ਕਲਮਾਂ ਇਨਾਮ 'ਚ ਦਿੱਤੀਆਂ ਨੇ, ਉਹਨੇ ਮੇਰੀ ਕੈਲੀਗ੍ਰਾਫੀ ਨੂੰ ਉਤਸ਼ਾਹਿਤ ਕੀਤਾ। ਉਹ ਮੇਰੇ ਲਈ ਇੱਕ ਵੱਡਾ ਸੋਰਸ ਆ ਜਿਹਦੇ ਕਾਰਨ ਮੈਂ ਲਿਖ ਰਿਹਾ, ਜਿਹਦੇ ਕਾਰਨ ਮੈਂ ਪੇਂਟਿੰਗ ਕਰ ਰਿਹਾ। ਸੋ ਆਸ਼ਰਮ ਦੇ ਵਿੱਚ ਮੇਰੀਆਂ 2-3 ਕਵਿਤਾਵਾਂ ਵੀ ਨੇ ਆਸ਼ਰਮ ਕਿਤਾਬ 'ਚ, ਜਿਹੜੀਆਂ ਉਸ ਬਾਬੇ ਨੂੰ ਡੈਡੀਕੇਟਡ ਨੇ। ਉਹਦੇ 'ਚ ਮੈਂ ਕਹਿਣਾ ਕਿ ਮਾफ़ ਕਰਨਾ ਮੇਰੇ ਜਨਮ ਦਾਤਿਓ, ਮੇਰਾ ਇਹ ਜਨਮ ਉਸ ਬਾਬੇ ਦੀਆਂ ਦਿੱਤੀਆਂ ਕਲਮਾਂ ਦੇ ਨਾਮ ਹੈ। ਇਸੇ ਤਰ੍ਹਾਂ ਦਾ ਇੱਕ ਵਾਕਿਆ ਅਰਾਊਂਡ 1988 ਦੇ ਆਸ-ਪਾਸ ਦਾ। ਮੈਂ ਅਤੇ ਮੇਰਾ ਇੱਕ ਦੋਸਤ ਯੂਨੀਵਰਸਿਟੀ ਦੇ ਕੋਲੋਂ ਲੁਧਿਆਣਿਓਂ PG ਤੋਂ ਨਾਲ ਅੱਗੇ ਨਹਿਰ ਪੈਂਦੀ, ਉੱਥੇ ਨਹਿਰ ਦੇ ਕੋਲੋਂ ਸਕੂਟਰ 'ਤੇ ਜਾ ਰਹੇ ਸੀ, ਤਾਂ ਸਾਡੇ ਪਿੱਛੋਂ ਇੱਕ ਕਾਰ ਆਈ, ਫੀਟ ਕਾਰ ਸੀ ਸ਼ਾਇਦ,
ਉਹਦੇ ਪਿੱਛੇ ਇੱਕ ਬਹੁਤ ਲੰਬੀ ਤਾਰ ਦਾ ਰੋਲ, ਜਿਵੇਂ ਕਿਤੋਂ ਉਹ ਟੰਗਿਆ ਗਿਆ ਚਲਦਿਆਂ ਚਲਦਿਆਂ, ਉਹ 'ਚ ਉਹਦੀ ਕੁੰਡੀ ਫਸੀ ਅਤੇ ਕਾਫੀ ਦੂਰ ਤੱਕ ਉਹ ਤਾਰ ਸੜਕ ਦੇ ਸੱਜੇ ਖੱਬੇ ਘੁੰਮਦੀ ਜਾ ਰਹੀ ਸੀ। ਅਤੇ ਸਾਨੂੰ ਦੋਨਾਂ ਨੂੰ ਲੱਗਿਆ ਵੀ ਇਹ ਕਿਸੇ ਐਕਸੀਡੈਂਟ ਹੋ ਸਕਦਾ ਇਹਦੇ ਨਾਲ, ਅਤੇ ਅਸੀਂ ਸਕੂਟਰ ਤੇਜ਼ ਕਰਕੇ ਉਸ ਕਾਰ ਡਰਾਈਵਰ ਨੂੰ ਹੱਥ ਦਿੱਤਾ ਕਿ ਉਹ ਰੁਕ ਜਾਵੇ ਅਤੇ ਅਸੀਂ ਕਾਰ ਦੇ ਵਿੱਚੋਂ ਉਹ ਤਾਰ ਕਢਵਾ ਦਈਏ। ਪਰ ਇਹ ਦਿਨਾਂ ਦੀ ਗੱਲ ਆ, ਉਹ ਦਿਨ ਪੰਜਾਬ ਦੇ ਵਿੱਚ ਇੰਨੇ ਅਜੀਬ ਦਿਨ ਸੀਗੇ ਕਿ ਉਹ ਦੋਨੇ, ਜਿਹੜਾ ਪਰਿਵਾਰ ਬੈਠਾ ਸੀ ਡਰਾਈਵਰ ਅਤੇ ਉਹ ਕਲੀਨ ਸ਼ੇਵਨ ਸੀਗੇ, ਅਤੇ ਅਸੀਂ ਦੋਨਾਂ ਨੇ ਪੱਗ ਬੰਨੀ ਹੋਈ ਸੀ। ਤਾਂ ਪਤਾ ਨਹੀਂ ਕੀ ਉਸ ਬੰਦੇ ਦੇ ਮਨ 'ਚ ਆਇਆ, ਉਹਨੇ ਕਾਰ ਅੰਨ੍ਹੇਵਾਹ ਇੱਕਦਮ ਯੂ ਟਰਨ ਲਿਆ ਅਤੇ ਜਿਹੜੀ ਨਹਿਰ ਦੇ ਇੱਧਰਲੀ ਸੜਕ ਤੋਂ ਸੀ ਸਾਨੂੰ ਯੂ ਟਰਨ ਲੈ ਕੇ ਦੂਸਰੀ ਸੜਕ ਤੋਂ ਉਹ ਨਹਿਰ ਕ੍ਰੋਸ ਕਰਕੇ ਪਿੱਛੇ ਭੱਜ ਗਿਆ। ਅੱਜ ਵੀ ਜਦੋਂ ਮੈਂ ਯਾਦ ਕਰਦਾ ਵੀ ਉਹ ਬੰਦੇ, ਉਹਨੂੰ ਪਤਾ ਹੀ ਨਹੀਂ ਸੀ ਵੀ ਅਸੀਂ ਤਾਂ ਉਹਨੂੰ ਤਾਰ ਕਢਵਾਉਣੀ ਚਾਹੁੰਦੇ ਸੀ, ਪਰ ਦਿਨਾਂ ਦੀ ਦਹਿਸ਼ਤ ਉਹਦੇ ਮਨ 'ਚ ਕਿਵੇਂ ਉਹ ਸਾਡਾ ਰੋਕਣਾ ਡੀਕੋਡ ਆਏ ਹੋਇਆ ਕਿ ਇਹ ਅੱਤਵਾਦੀ ਨਾ ਹੋਣ, ਇਹ ਸਰਦਾਰ ਨੇ ਸਾਨੂੰ ਮਾਰ ਨਾ ਦੇਣ। ਸੋ ਐਂ ਚਲਦਿਆਂ ਜ਼ਿੰਦਗੀ ਦੇ ਉਹਨਾਂ ਦਿਨਾਂ ਨੂੰ ਯਾਦ ਕਰਦੇ ਤਾਂ ਇਹੋ ਜਿਹੀਆਂ ਅਨੇਕਾਂ ਘਟਨਾਵਾਂ ਆਉਂਦੀਆਂ ਨੇ ਕਿ ਜਿਹਦੇ ਵਿੱਚ ਮਾਸੂਮੀਅਤ ਨੂੰ, ਉਸ ਸਮੇਂ ਦੀ ਜਿਹੜੀ ਬਰਬਰਤਾ, ਜਿਹੜੀ ਉਸ ਸਮੇਂ ਦੀ ਦਹਿਸ਼ਤ ਆ, ਜਿਹੜੀ ਉਸ ਸਮੇਂ 'ਚ ਭਾਸ਼ਾ ਸਿਰਜੀ ਗਈ ਆ ਸਟੇਟ ਵੱਲੋਂ, ਖਾੜਕੂਆਂ ਵੱਲੋਂ, ਜਾਂ ਉਸ ਸਮੇਂ ਜੋ ਵੀ ਹੋਇਆ, ਉਹਨੇ ਕਿਵੇਂ ਅਰਥ ਬਦਲਤੇ, ਕਿਵੇਂ ਇੱਕ ਬੰਦਾ ਦੂਸਰੇ ਬੰਦੇ ਬਾਰੇ ਕਿੰਨਾ ਵੱਖਰਾ ਸੋਚਣ ਲੱਗ ਗਿਆ, ਕਿੰਨੀ ਦਹਿਸ਼ਤ ਡਰ ਦੇ ਵਿੱਚ ਜਿਉ ਰਿਹਾ। ਅੱਜ ਵੀ ਮੈਂ ਸੋਚ ਕੇ ਮੇਰਾ ਮਨ ਬਹੁਤ ਉਦਾਸ ਹੋ ਜਾਂਦਾ। ਜ਼ਿੰਦਗੀ 'ਚ ਇੱਕ ਦਿਨ ਇਸ ਤਰ੍ਹਾਂ ਦਾ ਵੀ ਆਇਆ ਜਿਹੜਾ ਕਦੇ ਨਹੀਂ ਭੁੱਲ ਸਕਦਾ। ਮੇਰੇ ਮਦਰ ਦੀ ਡੈਥ, ਮਦਰ ਦੀ ਡੈਥ ਤੋਂ ਬਾਅਦ ਜਦੋਂ ਸੰਸਕਾਰ ਕਰਨ ਜਾਂਦੇ ਹਾਂ, ਇੱਕ ਪਲ ਮੇਰੀ ਜ਼ਿੰਦਗੀ 'ਚ ਇਹੋ ਜਿਹਾ ਆਇਆ ਜਿਹਨੇ ਜਿਵੇਂ ਅੰਦਰੋਂ ਤੁਹਾਡੇ ਚਸ਼ਮੇ ਫੁੱਟਦੇ ਹੁੰਦੇ ਆ ਕਿਸੇ ਗੱਲ ਦੇ ਲਈ, ਕਵਿਤਾ ਲਈ। ਲੋਕ, ਸਾਡੇ ਰਿਸ਼ਤੇਦਾਰ ਸਭ ਲੱਕੜ ਦੇ ਮੁੱਢ ਲਿਆ ਕੇ ਅਰਥੀ ਦੇ ਉੱਪਰ ਰੱਖ ਰਹੇ ਨੇ, ਅਤੇ ਮੈਂ ਵੀ ਬੇਸੁੱਝਾ ਤੁਰਿਆ ਫਿਰਦਾ, ਅਤੇ ਇੱਕ ਕੋਈ ਸਾਡਾ ਰਿਸ਼ਤੇਦਾਰ ਮੈਨੂੰ ਐਂ ਫੜ ਕੇ ਮੁੱਢ 'ਤੇ ਲੈ ਕੇ ਜਾਂਦਾ ਅਤੇ ਉੱਥੇ ਲਿਜਾ ਕੇ ਇੱਕ ਵੱਡਾ ਸਾਰਾ ਮੁੱਢ ਮੈਨੂੰ ਫੜਾ ਦਿੰਦਾ ਕਿ ਜਾ ਤੂੰ ਵੀ ਰੱਖ ਕੇ ਆ। ਮੈਂ ਉੱਥੋਂ ਬੇਧਿਆਨੇ 'ਚ ਆਉਣਾ, ਜਦੋਂ ਜਿੱਥੇ ਮਾਂ ਦੀ ਬੋਡੀ ਪਈ ਹੈ, ਮੈਂ ਉਹਦੇ ਸਿਰ ਵਾਲੇ ਪਾਸਿਓਂ ਐਂ ਰੱਖਣ ਲੱਗਦਾ ਜਦੋਂ ਮੁੱਢ, ਅਤੇ ਜਿੱਥੇ ਉਹ ਮੁੱਢ ਮੈਂ ਰੱਖਦਾ ਉਹ ਮਾਂ ਦੀ ਛਾਤੀ ਹੈ। ਇੱਕਦਮ ਮੇਰੇ ਮਨ 'ਚ ਆਇਆ ਕਿ ਕਿਹੋ ਜਿਹਾ ਪੁੱਤਾਂ ਤੋਂ ਇਸ ਮਾਂ ਨੇ ਤੈਨੂੰ ਦੁੱਧ ਪਿਲਾ ਪਾਲਿਆ, ਜਵਾਨ ਕੀਤਾ, ਤੈਨੂੰ ਪੂਰੀ ਜ਼ਿੰਦਗੀ 'ਚ ਸੰਘਰਸ਼ ਕਰਕੇ ਤੈਨੂੰ ਪੜ੍ਹਨ ਲਾਇਆ। ਗੁਰਬਤ ਦੇ ਦਿਨਾਂ ਦੇ ਵਿੱਚ ਨੇ ਇਕੱਲੀ ਨੇ ਲੜੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੇਰੇ ਫਾਦਰ ਨੇ ਬਹੁਤ ਸੰਘਰਸ਼ ਕੀਤਾ, ਪਰ ਮੇਰੀ ਮਾਂ ਦਾ ਉਹ ਸਾਰਾ ਵੇਲਾ ਮੈਨੂੰ ਯਾਦ ਆਇਆ। ਅਤੇ ਵੀ ਮੈਂ ਕੀ ਕੀਤਾ, ਮੈਂ ਉਹਦੀ ਉਸੇ ਛਾਤੀ 'ਤੇ ਇੱਕ ਭਾਰਾ ਲੱਕੜ ਦਾ ਮੁੱਢ ਰੱਖ ਰਿਹਾ। ਬਸ ਇਹ ਇੱਕ ਪਲ ਸੀ ਕਿ ਉਸ ਤੋਂ ਬਾਅਦ ਕਵਿਤਾਵਾਂ ਦਾ ਇੱਕ ਚਸ਼ਮਾ ਫੁੱਟਿਆ, ਅਤੇ ਮਾਂ ਕਿਤਾਬ ਮੈਂ ਬੇਸਿਕਲੀ ਸਾਰੀ 1-2 ਮਹੀਨਿਆਂ ਦੇ ਵਿੱਚ ਲਿਖੀ ਵੀ ਹੈ, ਅਤੇ ਉਹ 'ਚ ਥੋੜ੍ਹੀ ਦੇਰ ਬਾਅਦ ਮੈਨੂੰ ਵੀ ਹਾਰਟ ਅਟੈਕ ਹੋਇਆ, ਅਤੇ ਮੈਂ DMC ਹਸਪੀਟਲ 'ਚ ਗਿਆ, ਅਤੇ ਉੱਥੇ ਜਾ ਕੇ ਜਦੋਂ ਮੈਂ ਦੇਖਿਆ ਕਿ ਨਰਸਾਂ ਕਿੰਨਾ ਖਿਆਲ ਰੱਖਦੀਆਂ ਸਾਡਾ, ਉਹ 2 ਕਵਿਤਾਵਾਂ ਜਿਹੜੀਆਂ ਨਰਸ ਮਾਂ ਵਾਲੀਆਂ ਨੇ, ਉਹ ਮੈਂ 6 ਮਹੀਨੇ ਬਾਅਦ ਲਿਖੀਆਂ। ਬਾਕੀ ਸਾਰੀ ਕਿਤਾਬ ਮੇਰੀ ਪਹਿਲਾਂ ਲਿਖੀ ਸੀ। ਹੇ ਮਾਂ, ਹੇ ਕੁਦਰਤ ਮਾਂ, ਹੇ ਸੂਰਜ ਮਾਂ, ਹੇ ਧਰਤੀ ਮਾਂ, ਹੇ ਕੁਦਰਤ ਮਾਂ, ਹੇ ਸੂਰਜ ਮਾਂ, ਹੇ ਧਰਤੀ ਮਾਂ, ਹੇ ਪਰਬਤ ਮਾਂ,
हे अगन हे नदी माँ, हे अनंत धरतियो आकाशो पतालो। हे अनंत धरतियो आकाशो पतालो, उड़दियो तैरदियो घूमदियो माताओ। उड़दियो तैरदियो घूमदियो माताओ, इस अलौकिक गहरी चुप च वसदी। इस अलौकिक गहरी चुप च वसदी, मिलवरतनी मुहब्बती मातरी वातावरण दा मैनू भी अंश बना लो। इस अलौकिक गहरी चुप च वसदी, मिलवरतनी मुहब्बती मातरी वातावरण दा मैनू भी अंश बना लो। माँ होना सिखा दो। माँ होना सिखा दो कि असीं सब काटवीਆਂ लहरां लकीरां ਹੁੰਦਿਆਂ भी ਮੁਹੱਬਤ 'ਚ ਹੋਣਾ ਸਿੱਖ ਜਾਈਏ। हे माताओ बख्शो ये अमृत सानू, हे माताओ बख्शो ये अमृत सानू। सो कोई दुख ਦਾ ਪਲ, ਕੋਈ ਖੁਸ਼ੀ ਦਾ ਪਲ ਤੁਹਾਡੀ ਜ਼ਿੰਦਗੀ ਦੇ ਉਸ ਕ੍ਰੀਏਟਿਵ ਪ੍ਰੋਸੈਸ ਨੂੰ ਕਿਵੇਂ ਬੂਸਟ ਕਰਦਾ, ਕਿਵੇਂ ਉਹ ਵਹਾ ਕੇ ਲੈ ਜਾਂਦਾ। ਮੇਰੀ ਜ਼ਿੰਦਗੀ 'ਚ ਉਹ ਪਲ ਮਾਂ ਕਿਤਾਬ ਲਿਖਣ ਤੋਂ ਪਹਿਲਾਂ ਦੇ ਪਲ ਨੇ। ਜੋ ਆਮ ਡੈਥ ਹੁੰਦੀ ਤਾਂ ਸ਼ਾਇਦ ਮੈਨੂੰ ਉਸ ਤਰ੍ਹਾਂ ਦਾ ਦੁੱਖ ਨਾ ਹੁੰਦਾ ਜਾਂ ਘੱਟ ਹੁੰਦਾ, ਪਰ ਉਹ ਇੱਕ ਸਰਜਨ ਦੀ ਅਣਗਹਿਲੀ ਕਰਕੇ, ਇੱਕ ਮੈਡੀਕਲ ਬਲੰਡਰ ਦੇ ਕਰਕੇ ਹੋਈ ਕਿ ਡਾਕਟਰ ਨੇ ਉਹਨੂੰ 70 ਸਾਲ ਦੀ ਉਮਰ ਦੇ ਵਿੱਚ ਉਹਦੀ ਹਾਰਟ ਦੀ ਸਰਜਰੀ ਕੀਤੀ। ਉਹਦੇ 'ਚ ਇੱਕ ਵਾਲਵ ਪਾਇਆ ਜਿਹੜਾ ਡਾਕਟਰ ਕਹਿੰਦਾ ਬਹੁਤ ਜ਼ਰੂਰੀ ਹੈ, ਜਿਹੜਾ ਕਿ ਬਾਅਦ ਸਾਨੂੰ ਬਾਕੀ ਡਾਕਟਰਾਂ ਦੀ ਜਦੋਂ ਰਾਏ ਤੋਂ ਲੱਗਿਆ ਕਿ ਉਹਦੀ ਐਡੀ ਜ਼ਰੂਰਤ ਨਹੀਂ ਸੀ। ਪਰ ਅੱਜ ਕੱਲ੍ਹ ਜਿਹੜਾ ਇਹ ਪ੍ਰਾਈਵੇਟ ਹੌਸਪੀਟਲਸ ਨੇ, ਸ਼ੋਅਰੂਮਸ ਬਣੇ ਹੋਏ ਨੇ ਜਿਹੜੇ ਡਾਕਟਰ ਮਾਲਕ ਵੀ ਨੇ ਅਤੇ ਡਾਕਟਰ ਵੀ ਨੇ, ਉਹਨਾਂ ਦੇ ਮਨ ਦੇ ਵਿੱਚ ਜਿਹੜਾ ਪੇਸ਼ੈਂਟ ਆ ਨਾ ਜਦੋਂ ਹਸਪਤਾਲ 'ਚ ਐਂਟਰ ਕਰਦਾ ਤਾਂ ਉਹ ਇੱਕ ਸਾਮੀ ਹੁੰਦਾ, ਗਾਹਕ ਹੁੰਦਾ। ਮੈਂ ਦੇਖਿਆ ਕਿ ਜਦੋਂ ਕੋਈ ਬਾਹਰੋਂ ਪੇਸ਼ੈਂਟ ਆਉਂਦੇ ਨੇ ਪਿੰਡ ਤੋਂ, ਉਸੇ ਹਸਪਤਾਲ ਜਿੱਥੇ ਮੇਰੀ ਮਦਰ ਦਾ ਆਪਰੇਸ਼ਨ ਹੋ ਰਿਹਾ, ਮੈਂ ਬਾਹਰ ਖੜ੍ਹਾ ਚਾਹ ਪੀ ਰਿਹਾ ਕਿਸੇ ਖੋਖੇ ਤੋਂ, ਅਤੇ ਉੱਥੇ ਮੈਂ ਦੇਖਿਆ ਕਿ ਪਿੰਡੋਂ ਇੱਕ ਗੱਡੀ ਆਈ ਹੈ, ਕਾਰ, ਉਹਦੇ 'ਚ ਕੁਛ ਬੰਦੇ ਨੇ, ਇੱਕ ਪੇਸ਼ੈਂਟ ਆ, ਅਤੇ ਉੱਧਰੋਂ ਦੂਸਰੇ ਪਾਸਿਓਂ ਜਿਹੜਾ ਡਾਕਟਰਸ ਦੇ ਅਸਿਸਟੈਂਟਸ ਨੇ ਜਾਂ ਮੈਡੀਸਨ ਵਾਲੇ ਬੰਦੇ ਨੇ, ਮੁੰਡੇ ਜਿਹੜੇ ਬੈਠੇ ਨੇ, ਉਹ ਇੱਕਦਮ ਖੁਸ਼ ਹੋ ਗਏ, ਚਾਅ ਚੜ੍ਹ ਗਿਆ ਉਹਨਾਂ ਨੂੰ, ਅਤੇ ਉਹ ਭੱਜ ਕੇ ਉਹਨਾਂ ਵੱਲ ਗਏ, ਉਹਨਾਂ ਨਾਲ ਗੱਲ ਕੀਤੀ। ਫਿਰ ਉਹਨੇ ਡਾਕਟਰ ਨੂੰ ਬੁਲਾਇਆ ਅਤੇ ਡਾਕਟਰ ਉਹਨੂੰ ਕਹਿੰਦਾ ਵੀ ਇਹ ਤਾਂ ਆਪਰੇਸ਼ਨ ਹੋਊਗਾ, ਤੁਸੀਂ ਇੰਨੇ ਪੈਸੇ ਲੈ ਕੇ ਆਓ ਅਤੇ ਇੰਨੇ ਪੈਸੇ ਜਮ੍ਹਾਂ ਕਰਾਓ ਅਤੇ ਤੁਸੀਂ ਬਸ ਜਲਦੀ ਕਰਾਓ, ਇਸ ਤੋਂ ਬਿਨਾਂ ਇਹਨੇ ਜਿਉ ਨਹੀਂ ਸਕਦਾ। ਉਹ ਇਸ ਤਰ੍ਹਾਂ ਕਰਦੇ ਉਹਦੇ ਚਿੱਤੀ 'ਚ ਉਹ ਜਾਣ ਵਿਚਾਰੇ ਪਿੱਛੇ ਜਾ ਕੇ ਸੋਚਣ, ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਸੀਗੇ। ਸੋ ਐਂ 15-20 ਮਿੰਟ 30 ਮਿੰਟ ਕਰਨ ਤੋਂ ਬਾਅਦ ਜਦੋਂ ਡਾਕਟਰ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੀ ਜੇਬ 'ਚ ਪੈਸੇ ਹੈ ਨਹੀਂ, ਤਾਂ ਉਹਨੇ ਬੜੀ ਬੇਦਿਲੀ ਜੀ ਨਾਲ ਆਪਣੇ ਉਹਨੂੰ ਕਿਹਾ, ਅਸਿਸਟੈਂਟ ਨੂੰ, ਕਿ ਅੰਦਰੋਂ ਪੈਡ ਲੈ ਕੇ ਆ। ਉਹਨੇ ਪੈਡ 'ਤੇ 2-4 ਦਵਾਈਆਂ ਲਿਖ ਕੇ ਅਤੇ ਉਹਨੂੰ ਕਹਿੰਦਾ ਵੀ ਆਹ 15-20 ਦਿਨ ਦਵਾਈ ਲੈ ਲਓ, ਉਦੋਂ ਤੱਕ ਚੱਲ ਜੂਗਾ ਕੰਮ, ਅਤੇ ਫਿਰ ਜਦੋਂ ਪੈਸੇ ਇਕੱਠੇ ਹੋਣ 'ਤੇ ਆ ਜੂਗਾ। ਉਹਨੇ ਪਰਚੀ ਜਿਵੇਂ ਉਹਨਾਂ ਦੇ ਮੂੰਹ 'ਤੇ ਮਾਰਨੀ ਹੁੰਦੀ ਹੈ ਨਾ। ਸੋ ਮੈਨੂੰ ਲੱਗਿਆ ਵੀ ਕਿੰਨੀ ਕਰੂਐਲਿਟੀ ਆ ਸਾਡੇ ਇਸ ਪ੍ਰੋਫੈਸ਼ਨ 'ਚ। ਅਸੀਂ ਡਾਕਟਰ ਨੂੰ ਸਾਡੇ ਸੱਭਿਆਚਾਰ ਦੇ ਵਿੱਚ, ਸਾਡੀ ਸੁਸਾਇਟੀ 'ਚ ਡਾਕਟਰ ਨੂੰ ਦੂਜਾ ਰੱਬ ਮੰਨਿਆ ਜਾਂਦਾ, ਪਰ ਇਹ ਡਾਕਟਰ ਕੀ ਕਰ ਰਹੇ ਨੇ, ਇਹਨਾਂ ਦਾ ਬਿਹੇਵੀਅਰ ਕੀ ਆ, ਇਹ ਪੈਸਾ ਕਮਾਉਣ ਦੇ ਲਾਲਚ ਦੇ ਵਿੱਚ ਬੰਦੇ ਨੂੰ ਬੰਦਾ ਨਹੀਂ ਸਮਝਦੇ। ਸੋ ਮੇਰੀ ਮਦਰ ਦਾ ਜਦੋਂ ਅਸੀਂ ਸੰਸਕਾਰ ਕੀਤਾ ਅਤੇ ਉਹ ਮੈਂ ਅਸਥੀਆਂ ਚੁਗ ਰਿਹਾ, ਤਾਂ ਉਹਨਾਂ ਅਸਥੀਆਂ ਦੇ ਵਿੱਚੋਂ ਮੈਨੂੰ ਉਹ ਵਾਲਵ ਮਿਲ ਗਿਆ, ਜਿਹੜਾ 1 ਇੰਚ ਦਾ ਲੋਹੇ ਦਾ ਪਾਈਪ, ਸਟੀਲ ਦਾ ਹੋਣਾ, ਜਿਹੜਾ ਬਾਡੀ ਦੇ ਵਿੱਚ ਅਬਜ਼ੋਰਬ ਹੋ ਜਾਵੇ। ਉਹਦੇ 'ਚੋਂ ਇੱਕ ਤਾਰ ਨਿਕਲੀ ਵੀ ਸੀ ਅਤੇ ਮੈਂ ਬਸ ਉਹ ਚੁਗਦਿਆਂ ਉਹਨੂੰ ਆਪਣੀ ਜੇਬ 'ਚ ਪਾ ਲਿਆ। ਅਤੇ ਕੁਛ ਦਿਨਾਂ ਬਾਅਦ ਮੈਂ ਡਾਕਟਰ ਕੋਲ ਪੁੱਛਿਆ ਵੀ ਹਾਂਜੀ ਡਾਕਟਰ ਸਾਹਿਬ, ਉਹ ਜਿਹੜਾ ਤੁਸੀਂ ਕਹਿੰਦੇ ਸੀ ਵਾਲਵ ਪਾਇਆ, ਉਹ ਕੀ ਹੁੰਦਾ? ਉਹਨੇ ਬੜੀ ਦੱਸਿਆ, ਕਹਿੰਦਾ ਉਹ ਇੱਕ ਇਸ ਤਰ੍ਹਾਂ ਦੇ ਮਟੀਰੀਅਲ ਦਾ ਹੁੰਦਾ, ਉਹਦੀ ਇੰਨੀ ਲਾਈਫ ਹੁੰਦੀ ਆ, ਉਹ ਅਮਰੀਕਾ ਤੋਂ ਹੁੰਦਾ ਬਣ ਕੇ ਇਸ ਤਰ੍ਹਾਂ। ਅਤੇ ਮੈਂ ਕਿਹਾ ਉਹਨੂੰ ਫਿੱਟ ਕਿਵੇਂ ਕਰਦੇ ਹੋ? ਕਹਿੰਦੇ ਉਹਨੂੰ ਸਵਿੱਚ ਪਾ ਕੇ ਇੱਕ ਉਹਦੇ 'ਚ ਪਿੰਨ ਹੁੰਦੀ ਹੈ, ਲੌਕ ਕਰ ਦਿੰਦੇ, ਉਹਨੂੰ ਲੌਕ ਕਰ ਦਿੰਦੇ। ਮੈਨੂੰ ਇੱਕਦਮ ਲੱਗਿਆ ਵੀ ਉਹ, ਕਿਉਂਕਿ ਆਪਰੇਸ਼ਨ ਤੋਂ ਬਾਅਦ ਅਸੀਂ ਹਰ ਤੀਸਰੇ ਦਿਨ ਮਦਰ ਨੂੰ ਬਲੱਡ ਦਿੰਦੇ ਸੀਗੇ। ਉਹ ਬਲੱਡ ਖਤਮ ਹੋ ਜਾਂਦਾ ਸੀ, ਮਤਲਬ ਬਲੀਡਿੰਗ ਹੋ ਰਹੀ ਸੀ ਮਦਰ ਨੂੰ,
ਇਸੇ ਕਰਕੇ ਉਹਦੀ ਡੈਥ ਹੋਈ। ਅਸੀਂ ਆਪਣੇ ਪਰਿਵਾਰ 'ਚੋਂ ਆਲੇ ਦੁਆਲੇ ਦੇ ਰਿਸ਼ਤੇਦਾਰਾਂ 'ਚੋਂ ਹਰ ਤੀਸਰੇ ਦਿਨ 1-2 ਬੋਟਲ 'ਚੋਂ ਬਲੱਡ ਦਿੰਦੇ ਸੀ। ਅਤੇ ਮੈਨੂੰ ਲੱਗਿਆ ਵੀ ਇਹ ਅਣਗਹਿਲੀ ਤਾਂ ਇੱਥੇ ਹੀ ਹੋਈ ਆ, ਵੀ ਉਹ ਤਾਂ ਖੁੱਲ੍ਹਾ। ਮੈਂ ਜੇਬ 'ਚੋਂ ਕੱਢਿਆ, ਮੈਂ ਕਿਹਾ ਡਾਕਟਰ ਸਾਹਿਬ ਇਹੀ ਵਾਲਵ ਪਾਇਆ ਸੀ ਤੁਸੀਂ? ਹੋ ਯੈਸ। ਅਤੇ ਮੈਂ ਕਿਹਾ ਇਹਦਾ ਤਾਂ ਆਹ ਲੌਕ ਖੁੱਲ੍ਹਿਆ ਵਾ, ਤੁਸੀਂ ਲੌਕ ਲਾਇਆ ਹੀ ਨਹੀਂ ਗਾ। ਇੱਕਦਮ ਫੱਕ ਚਿਹਰਾ ਹੋ ਗਿਆ ਡਾਕਟਰ ਦਾ। ਉਹਨੂੰ ਲੱਗਿਆ ਕਿ ਮੈਂ ਫੜਿਆ ਗਿਆ। ਫਿਰ ਉਹਨੇ ਐਕਸਕਿਊਜ਼ਸ ਬਣਾਏ, ਕਿਉਂਕਿ ਸਾਡੇ ਸੁਸਾਇਟੀ ਨੇ ਡਾਕਟਰਾਂ ਨੂੰ ਇੰਨੇ ਹੱਕ ਵੀ ਦਿੱਤੇ ਹੋਏ ਨੇ ਕਿ ਉਹਨਾਂ ਦਾ ਝੂਠ ਵੀ ਸਾਨੂੰ ਮੰਨਣਾ ਪੈਂਦਾ। ਬਹੁਤ ਐਕਸਕਿਊਜ਼ਸ ਬਣਾਏ, ਪਰ ਉਸ ਤੋਂ ਬਾਅਦ ਉਹ ਸਾਡੇ ਲੁਧਿਆਣੇ ਦੇ ਬੜੇ ਪ੍ਰੋਮੀਨੈਂਟ ਡਾਕਟਰ ਨੇ, ਹਰ ਥਾਂ 'ਤੇ ਪ੍ਰੋਗਰਾਮਾਂ ਜਾਂਦੇ ਆ ਅਤੇ ਬੜੀਆਂ ਅਖਬਾਰਾਂ 'ਚ ਖਬਰਾਂ ਛਪਦੀਆਂ। ਅਤੇ ਅਸੀਂ ਕਈ ਵਾਰੀ ਪ੍ਰੋਗਰਾਮਾਂ 'ਚ ਮਿਲੇ ਤਾਂ ਉਹ ਡਾਕਟਰ ਨੇ ਸਾਰੀ ਉਮਰ ਨਾਲ ਅੱਖ ਨਹੀਂ ਮਿਲਾਈ ਦੁਬਾਰਾ। ਜਦੋਂ ਵੀ ਮਿਲਦਾ ਉਹ ਅੱਖ ਪਾਸੇ ਕਰ ਲੈਂਦਾ। ਮੇਰੇ ਮਨ 'ਚ ਉਦੋਂ ਆਇਆ ਸੀਗਾ ਕਿ ਕੰਪਲੇਂਟ ਕੀਤੀ ਜਾਵੇ, ਇਸ ਡਾਕਟਰ ਨੂੰ ਰਸਟੀਗੇਟ ਕਰਵਾਇਆ ਜਾਵੇ ਆਪਣੇ ਪ੍ਰੋਫੈਸ਼ਨ ਤੋਂ, ਪਰ ਮੈਂ ਉਸ ਤਰ੍ਹਾਂ ਨਹੀਂ ਕਰ ਸਕਿਆ ਜਾਂ ਉਸ ਤਰ੍ਹਾਂ ਨਹੀਂ ਸੋਚਿਆ, ਉਹਨੂੰ ਕਰਿਆ ਨਹੀਂ। ਪਰ ਇਹ ਕੀ ਹੋ ਰਿਹਾ? ਇਹ ਡਾਕਟਰ ਕੀ ਕਰ ਰਹੇ ਆ? ਆਮ ਬੰਦੇ ਦੀ ਜ਼ਿੰਦਗੀ, ਉਹ ਆਪਣੀ ਜ਼ਿੰਦਗੀ ਬਚਾਉਣ ਲਈ ਇਹਨਾਂ ਕੋਲ ਜਾਂਦਾ, ਪਰ ਡਾਕਟਰ ਨੂੰ ਤਾਂ ਪੈਸੇ ਚਾਹੀਦੇ ਤਾਂ ਹੀ ਬਚਾ ਸਕਦਾ। ਸਵਰਨਜੀਤ ਸਵੀ ਚਿੱਤਰਕਾਰੀ ਅਤੇ ਕਵਿਤਾ ਦੇ ਖੇਤਰ ਵਿੱਚ ਇੱਕੋ ਸਮੇਂ ਅਹਿਮ ਪ੍ਰਾਪਤੀਆਂ ਕਰਨ ਵਾਲਾ ਸਾਡਾ ਦੋਸਤ ਦਾਨਿਸ਼ਵਰ ਸਿਰਜਕ ਹੈ ਕਿ ਸਵੀ ਉਹ ਕਵੀ ਆ ਜਿਸ ਦੀ ਸਫਲਤਾ ਵਾਹਵਾ ਖੱਟਣ ਦੇ ਵਿੱਚ ਨਹੀਂ ਹੈ, ਨਾ ਖੱਟਣ ਦੇ ਵਿੱਚ ਆ। ਕਵੀ ਹੋਣ ਦੇ ਨਾਲ ਨਾਲ ਉਹ ਵੱਡਾ ਚਿੱਤਰਕਾਰ ਵੀ ਹੈ ਤੇ ਨਾਲ ਹੀ ਉਹ ਬਹੁ ਉਦਮੀ ਵਿਅਕਤੀਤਵ ਦਾ ਧਾਰਨੀ ਵੀ ਹੈ। ਸਵਰਨਜੀਤ ਸਵੀ ਦੀ ਇੱਕ ਕਵਿਤਾ ਮਰਦ ਔਰਤ, ਉਹਦੇ ਵਿੱਚ ਉਹ ਕਹਿੰਦਾ ਕਿ ਜਿਹੜੀ ਔਰਤ ਆ, ਕਿਉਂਕਿ ਉਸਨੇ ਘਰ ਪਰਿਵਾਰ ਚਲਾਉਣਾ ਹੁੰਦਾ, ਬੱਚੇ ਪਾਲਣੇ ਹੁੰਦੇ ਨੇ, ਇਸ ਲਈ ਉਹ ਬਹੁਤ ਛੇਤੀ ਮੈਚਿਓਰ ਹੋ ਜਾਂਦੀ ਹੈ, ਸਿਆਣੀ ਹੋ ਜਾਂਦੀ ਹੈ। ਉਹਦੇ ਮੁਕਾਬਲੇ ਦੇ ਵਿੱਚ ਜੋ ਮਰਦ ਆ, ਉਹ ਸਾਰੀ ਉਮਰ ਬੱਚਾ ਹੀ ਰਹਿੰਦਾ। ਮਰਦ ਕਦੇ ਜਵਾਨ ਹੀ ਨਹੀਂ ਹੁੰਦਾ, ਬੁੱਢਾ ਤਾਂ ਕਦ ਹੋਣਾ। ਮਰਦ ਕਦੇ ਜਵਾਨ ਹੀ ਨਹੀਂ ਹੁੰਦਾ, ਬੁੱਢਾ ਤਾਂ ਕਦ ਹੋਣਾ। ਤਨ ਤੋਂ ਬੇਸ਼ੱਕ ਝਲਕੇ ਉਮਰਾਂ, ਤਨ ਤੋਂ ਬੇਸ਼ੱਕ ਝਲਕੇ ਉਮਰਾਂ, ਮਨੋਂ ਹਮੇਸ਼ਾ ਬਚਪਨ ਦੇ ਵਿੱਚ ਰਹਿੰਦਾ। ਔਰਤ ਰਿਸਕ ਨਹੀਂ ਲੈਂਦੀ, ਮਰਦ ਰਿਸਕ ਲੈਂਦਾ ਅਤੇ ਨਵੇਂ ਤਜਰਬੇ ਕਰਦਾ ਅਤੇ ਨਵੀਆਂ ਚੀਜ਼ਾਂ ਦੀ ਖੋਜ ਵਿੱਚ ਰਹਿੰਦਾ। ਖੇਡਾਂ ਖੇਡੇ ਮਰਦੇ ਦਮ ਤੱਕ, ਕੰਮ ਕਰਦਿਆਂ ਪਿਆਰ ਕਰਦਿਆਂ। ਮੈਂ ਨਹੀਂ ਕਹਿੰਦਾ ਕਿ ਇਹ ਗੱਲ ਸਾਰਿਆਂ ਦੇ ਉੱਤੇ ਲਾਗੂ ਹੁੰਦੀ ਆ, ਸਾਰੇ ਮਰਦਾਂ ਤੇ ਔਰਤਾਂ ਦੇ ਉੱਤੇ ਲਾਗੂ ਹੁੰਦੀ ਆ, ਪਰ ਇਹ ਸਵਰਨਜੀਤ ਸਵੀ ਤੇ ਜ਼ਰੂਰ ਲਾਗੂ ਹੁੰਦੀ ਆ। ਔਰਤ ਹੋਵੇ ਮਨ ਤੋਂ ਵੱਡੀ, ਔਰਤ ਹੋਵੇ ਮਨ ਤੋਂ ਵੱਡੀ, ਜਿਉਂ-ਜਿਉਂ ਉਮਰ ਵਧੇ ਸਮਝੇ ਸਭ ਸੰਸਾਰ। ਜਿਉਂ-ਜਿਉਂ ਉਮਰ ਵਧੇ ਸਮਝੇ ਸਭ ਸੰਸਾਰ। ਜਿਸਮੋਂ ਰਹਿੰਦੀ ਵਿੱਚ ਬਚਪਨ ਦੇ, ਕੋਮਲ ਕੂਲੀ ਨਾਜ਼ੁਕ। ਉਮਰੋਂ ਮਨ ਤੋਂ ਨਿੱਤ ਸਿਆਣੀ, ਬੱਚੇ ਪਾਲੇ ਘਰ ਵੀ ਸਾਂਭੇ ਦਫ਼ਤਰ ਤੇ ਪਰਿਵਾਰ, ਸਾਂਭੇ ਦਫ਼ਤਰ ਤੇ ਪਰਿਵਾਰ। ਤੇ ਮੈਨੂੰ ਉਹਦੀ ਸਭ ਤੋਂ ਚੰਗੀ ਗੱਲ ਇਹ ਲੱਗਦੀ ਹੁੰਦੀ ਹੈ ਕਿ ਜੋ ਵੀ ਕਲਾ ਦੇ ਜਹਾਨ ਵਿੱਚ, ਚਿੰਤਨ ਦੇ ਜਹਾਨ ਵਿੱਚ ਨਵਾਂ ਹੋ ਰਿਹਾ ਹੁੰਦਾ, ਉਹਨੂੰ ਜਾਣਨ ਦੀ ਉਹਦੇ 'ਚ ਬਹੁਤ ਜਿਗਿਆਸਾ ਹੁੰਦੀ ਆ। ਕਿਉਂਕਿ ਕਵਿਤਾ ਦੇ ਵਿੱਚ ਉਹ ਹਮੇਸ਼ਾ ਨਵੇਂ ਵਿਸ਼ੇ, ਨਵੀਆਂ ਵਰਜਿਤ ਥਾਵਾਂ, ਨਵੀਆਂ ਅਨਿਸ਼ਚਿਤਤਾਵਾਂ, ਉਹਨਾਂ ਦੇ ਵਿੱਚ ਹੀ ਜਾਣ ਦੀ ਕੋਸ਼ਿਸ਼ ਕਰਦਾ। ਮੈਨੂੰ ਯਾਦ ਹੈ ਜਦੋਂ ਇੱਕ ਕੋਲਾਜ ਕਿਤਾਬ ਜਿਸ ਦੀ ਆਦਿਕਾ ਸੁਰਜੀਤ ਪਾਤਰ ਹੋਣਾ ਨੇ ਲਿਖੀ ਸੀ, ਜਿਸ ਵਿੱਚ ਬਲਜੀਤ ਮੋਗਾ, ਸਵਰਨਜੀਤ ਸਵੀ ਤੇ
ਇੱਕ ਹੋਰ ਕਵੀ ਨੇ ਅਮਰਜੀਤ ਕੌਂਕੇ, ਉਹਨਾਂ ਦੀਆਂ ਕਵਿਤਾਵਾਂ ਦਾ ਇਹ ਸੰਗ੍ਰਹਿ ਆਇਆ ਸੀ। ਜੋ ਪਹਿਲਾਂ ਹੀ ਰਾਹ ਬਣੇ ਹੋਏ ਨੇ ਉਹ ਬਹੁਤ ਘੱਟ ਕੋਸ਼ਿਸ਼ ਕਰਦਾ ਕਿ ਉਹਨਾਂ ਰਾਹਾਂ ਦੇ ਉੱਤੇ ਚੱਲਿਆ ਜਾਵੇ। ਉਹਨਾਂ ਦਿਨਾਂ 'ਚ ਮੈਂ ਬਿਹਾਰ 'ਚ ਹੁੰਦਾ ਸੀ। ਜਦੋਂ ਇਹ ਕੋਲਾਜ ਕਿਤਾਬ ਮੈਂ ਪੜ੍ਹੀ ਤਾਂ ਮੈਨੂੰ ਉਦੋਂ ਹੀ ਲੱਗਿਆ ਕਿ ਸਵਰਨਜੀਤ ਸਵੀ ਪੰਜਾਬੀ ਕਵਿਤਾ ਦੇ ਵਿੱਚ ਵੱਡਾ ਨਾਮ ਬਣ ਕੇ ਉੱਭਰੇਗਾ। ਔਰ ਫਿਰ ਉਹਦੀ ਲੋਏ ਉਹਦੇ ਨਾਲ ਜੁੜਨ ਦੀ, ਉਹਦੀ ਰੌਸ਼ਨੀ ਵਿੱਚ ਰਚਨਾ ਕਰ ਸਕਣ ਦੀ ਉਹਦੀ ਚੇਸ਼ਟਾ ਹੁੰਦੀ ਆ, ਉਹਦਾ ਸੰਘਰਸ਼ ਹੁੰਦਾ, ਉਹਦੀ ਰਚਨਾ ਪ੍ਰਕਿਰਿਆ ਹੁੰਦੀ ਆ। ਆਮ ਤੌਰ ਤੇ ਕੀ ਹੁੰਦਾ ਕਿ ਜੋ ਐਸਟੈਬਲਿਸ਼ਡ ਰਿਐਲਿਟੀ ਆ, ਜੋ ਐਸਟੈਬਲਿਸ਼ਡ ਸਿਆਣਪ ਆ, ਅਸੀਂ ਉਹਨੂੰ ਕਾਵਿ ਭਾਸ਼ਾ ਦੇ ਵਿੱਚ ਟਰਾਂਸਲੇਟ ਕਰ ਦਿੰਦੇ ਆ ਤੇ ਉਹਨੂੰ ਅਸੀਂ ਕਵਿਤਾ ਕਹਿੰਦੇ ਹਾਂ। ਪਰ ਸਵੀ ਇਸ ਤਰ੍ਹਾਂ ਨਹੀਂ ਕਰਦਾ। ਸਵੀ ਹਮੇਸ਼ਾ ਇਹੋ ਕੋਸ਼ਿਸ਼ ਕਰਦਾ ਕਿ ਉਹ ਨਵੇਂ ਰਾਹਾਂ ਤੇ ਚੱਲੇ, ਵਰਜਿਤ ਥਾਵਾਂ ਤੇ ਚੱਲੇ। ਉਹ ਹਰ ਗੱਲ ਇਸ ਤਰ੍ਹਾਂ ਕਰਦਾ ਕਿ ਜਿਵੇਂ ਪਹਿਲੀ ਵਾਰ ਕਰ ਰਿਹਾ ਹੋਵੇ। ਸਵੀ ਦੀਆਂ ਤਕਰੀਬਨ ਸਾਰੀਆਂ ਕਾਵਿ ਪੁਸਤਕਾਂ, ਹਰੇਕ ਪੁਸਤਕ ਕਿਸੇ ਵੱਖਰੇ ਵਿਸ਼ੇ ਨੂੰ ਸਮਰਪਿਤ ਹੈ, ਕਿਸੇ ਵੱਖਰੇ ਵਿਸ਼ੇ ਤੇ ਕੇਂਦਰਿਤ ਹੈ। ਬੇਸ਼ੱਕ ਉਹ ਦਰਦ ਪਿਆਦੇ ਹੋਣ ਦਾ ਹੋਵੇ, ਅਵਗਿਆ ਹੋਵੇ, ਦੇਹੀਨਾਦ, ਆਸ਼ਰਮ, ਕਾਮੇਸ਼ਵਰੀ, ਉਰੀ, ਜਾਂ ਤੇ ਮੈਂ ਹੁਣੇ ਆਇਆ ਬਸ ਹੋਵੇ। ਤਕਰੀਬਨ ਹਰੇਕ ਕਿਤਾਬ ਵਿੱਚ ਇੱਕ ਅਹਿਮ ਥੀਮ ਹੈ। ਕਦੀ ਉਹ ਥੀਮ ਇੱਕ ਆਮ ਬੰਦੇ, ਆਮ ਕਿਰਤੀ ਦੇ ਦੁੱਖ ਦਰਦ ਵੀ ਹੋ ਸਕਦਾ, ਉਹ ਪੁਰਖ ਇਸਤਰੀ ਦੇ ਰਿਸ਼ਤੇ ਜਾਂ ਸਮੁੱਚੇ ਪਰਿਵਾਰਕ ਰਿਸ਼ਤੇ ਵੀ ਹੋ ਸਕਦੇ ਆ, ਜਾਂ ਨਵੇਂ ਵਿਗਿਆਨ ਦਾ ਜੋ ਦੁਨੀਆ ਤੇ ਪ੍ਰਭਾਵ ਪੈ ਰਿਹਾ ਉਹ ਵੀ ਹੋ ਸਕਦਾ, ਜਾਂ ਸਾਡੀ ਜ਼ਿੰਦਗੀ ਦੇ ਮੂਲ ਅਰਥ ਹੋ ਸਕਦੇ ਆ। ਦਾਇਰਿਆਂ ਦੀ ਕਬਰ ਤੋਂ ਬਾਅਦ ਉਸ ਦੀ ਕਿਤਾਬ 1987 'ਚ ਅਵਗਿਆ ਆਈ, ਫਿਰ 90 'ਚ ਦਰਦ ਪਿਆਦੇ ਹੋਣ ਦਾ, ਫਿਰ 94 'ਚ ਦੇਹੀਨਾਦ, ਫਿਰ 98 'ਚ ਕਾਲਾ ਹਾਸ਼ੀਆ ਤੇ ਸੂਖਾ ਗੁਲਾਬ, 1999 'ਚ ਕਾਮੇਸ਼ਵਰੀ, 2005 'ਚ ਆਸ਼ਰਮ, 2008 'ਚ ਮਾਂ, ਤੇ ਹੁਣੇ ਮੈਂ ਉਹਨਾਂ ਦੀ ਕਿਤਾਬ ਉਰੀ ਪੜ੍ਹ ਰਿਹਾ ਹਾਂ। ਸਵੀ ਕਿਉਂਕਿ ਪੇਂਟਰ ਹੈ, ਫੋਟੋਗ੍ਰਾਫਰ, ਉਹਨੂੰ ਪਤਾ ਕਿ ਜੇ ਉਹ ਚੀਜ਼ਾਂ ਨੂੰ, ਵਰਤਾਰਿਆਂ ਨੂੰ, ਲੈਂਡਸਕੇਪਸ ਨੂੰ ਉਸੇ ਤਰ੍ਹਾਂ ਦੇਖੇਗਾ ਜਿਵੇਂ ਸਾਰੇ ਲੋਕ ਦੇਖਦੇ ਨੇ, ਤਾਂ ਉਸਦੀ ਫੋਟੋਗ੍ਰਾਫੀ ਨੂੰ ਜਾਂ ਉਸਦੀ ਪੇਂਟਿੰਗ ਨੂੰ ਕੋਈ ਪਸੰਦ ਨਹੀਂ ਕਰੇਗਾ। ਉਹ ਪੇਂਟਿੰਗ ਜਾਂ ਉਹ ਫੋਟੋਗ੍ਰਾਫੀ ਕੁਝ ਨਵਾਂ ਕਹਿਣ ਦੀ ਕੋਸ਼ਿਸ਼ ਨਹੀਂ ਕਰੇਗੀ। ਇਸ ਲਈ ਉਹ ਨਵੇਂ ਦ੍ਰਿਸ਼ਟੀਕੋਣ ਦੀ, ਨਵੇਂ ਐਂਗਲ ਦੀ ਭਾਲ ਦੇ ਵਿੱਚ ਰਹਿੰਦਾ। ਉਹ ਚੀਜ਼ਾਂ ਨੂੰ ਉੱਥੋਂ ਦੇਖਣ ਦੀ ਕੋਸ਼ਿਸ਼ ਕਰਦਾ ਜਿੱਥੋਂ ਆਮ ਲੋਕ ਨਹੀਂ ਦੇਖਦੇ। ਤੋ ਇਸੇ ਤਰ੍ਹਾਂ ਚਿੱਤਰਕਾਰੀ ਵਿੱਚ ਸਵੀ ਨੇ ਵੱਖਰੀਆਂ ਵੱਖਰੀਆਂ ਸੀਰੀਜ਼ ਕੀਤੀਆਂ। ਪਿਛਲੇ ਦਿਨੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੇ ਸਵੀ ਦੀ ਇੱਕ ਚਿੱਤਰਕਾਰੀ ਦੀ ਜੋ ਸੀਰੀਜ਼ ਸੀ ਉਹ ਬੜੀ ਚਰਚਿਤ ਹੋਈ, ਬੜੀ ਮਸ਼ਹੂਰ ਹੋਈ। ਇੱਕ ਕਵਿਤਾ ਦਾ ਕੁਛ ਅੰਸ਼। ਕਵਿਤਾ ਮੰਗੇ ਤਨ ਮਨ ਬੀਤੀ, ਸੁੱਚਮ ਸੁੱਚੀ ਹੱਡੀ ਵਸਦੀ। ਕਵਿਤਾ ਮੰਗੇ ਤਨ ਮਨ ਬੀਤੀ, ਸੁੱਚਮ ਸੁੱਚੀ ਹੱਡੀ ਵਸਦੀ, ਲਹਿਰ ਨਿਆਰੀ ਆਪ ਮੁਹਾਰੀ। ਕਵਿਤਾ ਮੰਗਦੀ ਸੀਸ ਸਮੁੱਚਾ, ਕਵਿਤਾ ਮੰਗਦੀ ਸੀਸ ਸਮੁੱਚਾ, ਟੀਸ ਵੀ ਗਹਿਰੀ। ਉਹ ਤਾਂ ਮੰਗੇ ਚੱਕ ਤੇ ਘੁੰਮਦੀ, ਉਹ ਤਾਂ ਮੰਗੇ ਚੱਕ ਤੇ ਘੁੰਮਦੀ, ਗਿੱਲੀ ਮਿੱਟੀ ਅੰਦਰ ਹੁੰਦੀ, ਉਂਗਲਾਂ ਦੀ ਜ਼ੁੰਬਿਸ਼ ਗਹਿਰੀ, ਉਂਗਲਾਂ ਦੀ ਜ਼ੁੰਬਿਸ਼ ਗਹਿਰੀ। ਮਰਦਾਨੇ ਦਾ
ਰਬਾਬ ਤੇ ਫਿਰਦਾ ਸਿਰਜਣਹਾਰਾ ਸਪਰਸ਼। ਮਰਦਾਨੇ ਦਾ ਰਬਾਬ ਤੇ ਫਿਰਦਾ ਸਿਰਜਣਹਾਰਾ ਸਪਰਸ਼, ਜੋ ਬਣਾਉਂਦਾ ਵੀ ਤੇ ਬਣਦਾ ਵੀ ਹਰ ਪਲ ਨਾਲ ਨਾਲ, ਹਰ ਪਲ ਨਾਲ। ਇਸੇ ਤਰ੍ਹਾਂ ਉਸਦੇ ਬਣਾਏ ਹੋਏ 2 ਮੋਨੂਮੈਂਟਸ, ਇੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਤੇ ਇੱਕ ਡੇਰਾ ਬਾਬਾ ਨਾਨਕ ਵਿੱਚ, ਉਹ ਦੋਨੋਂ ਮੋਨੂਮੈਂਟਸ ਵੀ ਬਹੁਤ ਸਾਰਥਕ ਨੇ ਔਰ ਸਵੀ ਦੀ ਊਰਜਾ ਦੇ, ਪ੍ਰਤਿਭਾ ਦੇ, ਉਹਦੇ ਵਿਜ਼ਨ ਦੇ ਪ੍ਰਮਾਣ ਨੇ। ਮੈਨੂੰ ਲੱਗਦਾ ਹੈ ਕਿ ਪੰਜਾਬੀ ਕਵਿਤਾ 'ਚ ਜਿਹੜੀ ਖੜੋਤ 1990 ਤੋਂ ਬਾਅਦ ਆਈ ਸੀ, ਖਾਸ ਕਰਕੇ ਜੁਝਾਰਵਾਦੀ ਪ੍ਰਗਤੀਵਾਦੀ ਰੁਝਾਨ ਦੇ ਬਾਅਦ, ਉਸ ਨੂੰ ਸਵੀ ਨੇ ਆਪਣੇ ਕਾਵਿ ਵਿਗਾਸ ਰਾਹੀਂ ਤੋੜਿਆ ਹੈ। ਸਵੀ ਦੀ ਕਵਿਤਾ ਅਤੀਤ ਦੀ ਕਵਿਤਾ ਨਹੀਂ ਹੈ, ਭਵਿੱਖ ਦੀ ਕਵਿਤਾ। ਉਸ ਦੀ ਸ਼ਾਇਰੀ ਉਰੀ ਵਰਤਮਾਨ ਦੌਰ ਦੇ ਵਿੱਚ ਜੋ ਅਪੂਰਣਤਾ ਹੈ ਉਸ ਨੂੰ ਪੇਸ਼ ਕਰਦੀ ਹੈ। ਕੋਈ ਵੀ ਚੀਜ਼ ਆ, ਮੁਹੱਬਤ ਆ, ਮਾਂ, ਡੈਥ ਆ, ਉਹ ਹਰ ਚੀਜ਼ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਕੋਸ਼ਿਸ਼ ਕਰਦਾ, ਉਹਦੇ ਨਾਲ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕਰਦਾ ਕਿ ਜਦ ਉਹ ਕਿਸੇ ਵੀ ਵਿਸ਼ੇ ਦੇ ਉੱਤੇ ਲਿਖਣ ਦੀ ਕੋਸ਼ਿਸ਼ ਕਰਦਾ, ਉਸ ਵਿਸ਼ੇ ਤੇ ਲਿਖਣ ਦੀ ਕੋਸ਼ਿਸ਼ ਕਰੇਗਾ ਜਿਹਨੂੰ ਅਸੀਂ ਬਹੁਤ ਘੱਟ ਹੱਥ ਪਾਉਂਦੇ ਹਾਂ, ਵਰਜਿਤ ਵਿਸ਼ੇ ਨੇ। ਜਿਵੇਂ ਦੇਹੀ ਨਾਦ ਦੇ ਵਿੱਚ ਉਹਨੇ ਬਾਡੀ ਦੀ ਸੈਲੀਬ੍ਰੇਸ਼ਨ ਬਾਰੇ ਗੱਲ ਕੀਤੀ। ਜੇ ਉਹ ਦੇਹੀ ਨਾਚ ਦੇਹੀ ਦੀ ਗੱਲ ਕਰਦਾ ਹੈ ਤਾਂ ਮਾਂ ਵਾਲੀ ਕਿਤਾਬ ਦੇ ਵਿੱਚ ਉਸਨੇ ਮਾਂ ਨੂੰ ਸਮਰਪਿਤ ਜੋ ਵਾਤਸਲ ਦਾ ਭਾਵ ਔਰ ਵਾਤਸਲ ਨਾਲ ਜੋ ਉਦਾਤ ਜੁੜਿਆ ਹੈ ਉਸ ਨੂੰ ਪੇਸ਼ ਕੀਤਾ ਹੈ। ਲੋਕਾਂ ਨੇ ਉਹਨੂੰ ਬਹੁਤ ਭੰਡਿਆ, ਬਹੁਤ ਉਹਦੇ ਤੇ ਕ੍ਰਿਟਿਸਿਜ਼ਮ ਹੋਇਆ, ਪਰ ਹੌਲੀ ਹੌਲੀ ਬਹੁਤ ਸਾਰੇ ਲੋਕਾਂ ਨੇ ਉਸੇ ਤਰ੍ਹਾਂ ਨਾਲ ਦੇਖਣਾ ਸ਼ੁਰੂ ਕਰਤਾ। ਪਰ ਜਦੋਂ ਲੋਕ ਵੱਖਰੀ ਤਰ੍ਹਾਂ ਦੇਖਣਾ ਸ਼ੁਰੂ ਹੋ ਗਏ ਤਾਂ ਉਹ ਆਪਣਾ ਵਿਸ਼ਾ ਚੇਂਜ ਕਰਕੇ, ਤਬਦੀਲ ਕਰਕੇ ਕਿਸੇ ਹੋਰ ਵਿਸ਼ੇ ਵੱਲ ਚਲਿਆ ਗਿਆ। ਸੋ ਸਵੀ ਦੀ ਕਵਿਤਾ ਦੇ ਵਿੱਚ 2 ਬਹੁਤ ਹੀ ਅਹਿਮ ਨੁਕਤੇ ਨੇ ਜਿਹੜੇ ਉਹ ਦੇਖਣ ਤੇ ਸਮਝਣ ਵਾਲੇ ਨੇ। ਪਹਿਲਾ ਤਾਂ ਇਹ ਕਿ ਚੀਜ਼ਾਂ ਨੂੰ ਉਸੇ ਦ੍ਰਿਸ਼ਟੀਕੋਣ ਤੋਂ ਨਾ ਦੇਖਿਆ ਜਾਵੇ ਜਿਸ ਦ੍ਰਿਸ਼ਟੀਕੋਣ ਤੋਂ ਸਾਰੇ ਲੋਕ ਉਹਨੂੰ ਦੇਖਦੇ ਨੇ, ਤੇ ਦੂਸਰੀ ਗੱਲ ਇਹ ਕਿ ਆਪਣੇ ਆਪ ਨੂੰ ਬਹੁਤ ਜ਼ਿਆਦਾ ਰਿਪੀਟ ਨਾ ਕਰੋ, ਆਪਣੀ ਰੇਂਜ ਨੂੰ ਵਧਾਇਆ ਜਾਵੇ। ਸੋ ਜੋ ਵਿਸ਼ਾ ਮੈਂ ਅੱਜ ਕਰ ਰਿਹਾ, ਜਦੋਂ ਉਹ ਵਿਸ਼ਾ ਮੈਨੂੰ ਵਾਹਵਾ ਦੇਣ ਲੱਗ ਜਾਵੇ ਤਾਂ ਸਮਝੋ ਕਿ ਮੈਨੂੰ ਨਵੇਂ ਵਿਸ਼ੇ ਵੱਲ ਤੁਰ ਪੈਣਾ ਚਾਹੀਦਾ। ਅਜੇ ਦੂਰ ਹੈ ਕਹਿਣਾ ਕਿੱਧਰ ਨੂੰ ਕਰਵਟ ਲਵੇਗਾ ਇਤਿਹਾਸ ਦਾ ਊਠ। ਅਸੀਂ ਅੰਧ ਤੇ ਤਰਕ ਸੰਦ ਚੋਂ ਕੀ ਚੁਣਿਆ ਹੈ, ਕਿ ਅਸੀਂ ਅੰਧ ਤੇ ਤਰਕ ਸੰਦ ਚੋਂ ਕੀ ਚੁਣਿਆ ਹੈ। ਅਜੇ ਦੂਰ ਹੈ ਕਹਿਣਾ ਕਿ ਰਸਤਾ ਇੱਧਰ ਹੈ ਜਾਂ ਉੱਧਰ। ਅਜੇ ਦੂਰ ਹੈ ਕਹਿਣਾ ਕਿ ਰਸਤਾ ਇੱਧਰ ਹੈ ਜਾਂ ਉੱਧਰ। ਹਿਜਰਤੀ ਕਾਫਲੇ ਘਰਾਂ ਦੇ ਦਰਾਂ ਤੀਕਰ ਜਾਣਗੇ ਜਾਂ ਨਹੀਂ। ਗਰੂਰ ਦਾ ਛਲਾਵਾ ਜਾਣਦਾ ਹੈ ਪਰ ਕਿੰਜ ਭੁੱਖ ਨੂੰ ਸੁਪਨੇ ਨੂੰ ਵਿੱਚੋਂ ਸੰਨ ਲਾਉਣੀ ਹੈ। ਗਰੂਰ ਦਾ ਛਲਾਵਾ ਜਾਣਦਾ ਹੈ ਪਰ ਕਿੰਜ ਭੁੱਖ ਨੂੰ ਸੁਪਨੇ ਨੂੰ ਵਿੱਚੋਂ ਸੰਨ ਲਾਉਣੀ ਹੈ। ਤੇ ਚੈਨ ਦੀ ਫਿਰ ਮੀਸਣੀ ਬੰਸੀ ਵਜਾਉਣੀ ਹੈ, ਤੇ ਚੈਨ ਦੀ ਫਿਰ ਮੀਸਣੀ ਬੰਸੀ ਵਜਾਉਣੀ ਹੈ। ਸੋ ਮੈਂ ਮਹਿਸੂਸ ਕਰਦਾ ਕਿ ਸਵਰਨਜੀਤ ਸਵੀ ਨੇ ਸਮੁੱਚੇ ਪੰਜਾਬ ਦੀ ਚੇਤਨਾ, ਸੰਵੇਦਨਾ, ਇਹਦੇ ਸੋਹਜ ਵਿੱਚ, ਇਹਦੇ ਸੋਹਜ ਦੇ ਦੁਮੇਲ ਜਾਂ ਇਹਦੇ ਦਸਿੱਦਿਆਂ ਨੂੰ ਵਿਸ਼ਾਲ ਕਰਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਆ। ਔਰ ਇਹ ਗੱਲ ਕਿਸੇ ਵੀ ਕਲਾਕਾਰ ਲਈ, ਕਿਸੇ ਵੀ ਦਾਨਸ਼ਵਰ ਲਈ ਇੱਕ ਬਹੁਤ ਅਹਿਮ ਪ੍ਰਾਪਤੀ ਹੁੰਦੀ ਹੈ। ਸੋ ਇਸੇ ਕਰਕੇ ਮੈਂ ਕਈ ਵਾਰ ਕਹਿਣਾ ਕਿ ਸਵੀ ਉਹ ਕਵੀ ਆ ਜਿਸ ਦੀ ਸਫਲਤਾ ਵਾਹਵਾ ਖੱਟਣ ਦੇ ਵਿੱਚ ਨਹੀਂ ਹੈ, ਨਾ ਖੱਟਣ ਦੇ ਵਿੱਚ ਆ। ਸੋ ਅਸੀਂ ਦੇਖਦੇ ਹਾਂ
ਕਿ ਜਦ ਤੱਕ ਕਿਸੇ ਵਿਸ਼ੇ ਦੇ ਉੱਤੇ ਸਭੀ ਨੂੰ ਵਾਹਵਾ ਮਿਲਣ ਲੱਗਦੀ ਆ ਤਾਂ ਉਹ ਉਸ ਵਿਸ਼ੇ ਨੂੰ ਛੱਡ ਕੇ ਨਵੇਂ ਵਿਸ਼ੇ ਵੱਲ ਚਲਿਆ ਜਾਂਦਾ, ਜਿੱਥੇ ਉਹਨੂੰ ਨਾ ਮਿਲਦੀ ਆ ਤੇ ਨਵੀਂ ਵਾਹਵਾ ਵੱਲ ਉਸ ਵਿਸ਼ੇ ਤੇ ਉਹ ਤੁਰ ਪੈਂਦਾ, ਉਦੋਂ ਤੱਕ ਜਦੋਂ ਤੱਕ ਕਿ ਉਹਦੇ ਲਈ ਨਵੀਆਂ ਸੰਭਾਵਨਾਵਾਂ ਨਾ ਜਾਗਣ। ਉਸ ਦੀ ਸ਼ਾਇਰੀ ਉਰੀ ਵਰਤਮਾਨ ਦੌਰ ਦੇ ਵਿੱਚ ਜੋ ਅਪੂਰਣਤਾ ਹੈ ਉਸ ਨੂੰ ਪੇਸ਼ ਕਰਦੀ ਹੈ। ਉਰੀ ਸ਼ਬਦ ਉਸਨੇ ਗੁਰਬਾਣੀ ਚੋਂ ਲਿਆ ਹੈ। ਅਸੀਂ ਸਾਰੇ ਅਧੂਰੇ ਹਾਂ ਪਰ ਸੰਪੂਰਨਤਾ ਦੀ ਤਲਾਸ਼ 'ਚ ਲੱਗੇ ਹੋਏ ਹਾਂ। ਅੱਜ ਦੇ ਦੌਰ 'ਚ ਜਿਹੜਾ ਸੰਕਟ ਦਾ ਦੌਰ ਹੈ ਉਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਉਸ ਦੀ ਨਵੀਂ ਕਿਤਾਬ ਉਰੀ ਦੀਆਂ ਕਵਿਤਾਵਾਂ ਮਨੁੱਖ ਨੂੰ ਬਹੁਤ ਵੱਡੀ ਅਧਿਆਤਮਕ ਤੇ ਸੱਭਿਆਚਾਰਕ ਸਮਾਜਿਕ ਟੇਕ ਦੇਣਗੀਆਂ। ਇਹ ਕਵਿਤਾਵਾਂ, ਇਸ ਤਰ੍ਹਾਂ ਦੀਆਂ ਕਵਿਤਾਵਾਂ ਕਦੀ ਹੀ ਲਿਖੀਆਂ ਜਾਂਦੀਆਂ ਨੇ ਔਰ ਉਰੀ ਆਪਣੇ ਆਪ 'ਚ ਮੈਨੂੰ ਲੱਗਦਾ ਹੈ ਕਿ ਸਵਰਨਜੀਤ ਸਵੀ ਦੇ ਕਾਵ ਵਿਕਾਸ ਦਾ ਇੱਕ ਅੰਤਿਮ ਸਿਖਰ ਹੈ। ਇਸ ਨੂੰ ਪਾਰ ਕਰਨ ਵਾਸਤੇ ਸਭੀ ਨੂੰ ਆਉਣ ਵਾਲੇ ਸਮਿਆਂ ਦੇ ਵਿੱਚ ਹੋਰ ਵੱਡੇ ਕਾਵ-ਪਨ ਦੀ ਆਪਣੀ ਸ਼ਖਸੀਅਤ 'ਚੋਂ ਤਲਾਸ਼ ਕਰਨੀ ਪਏਗੀ। ਉਰੀ ਉਹਦੇ ਅੱਗੇ ਇੱਕ ਬਹੁਤ ਵੱਡੀ ਚੁਣੌਤੀ ਵਾਂਗ ਪੇਸ਼ ਹੋ ਰਹੀ ਹੈ। ਸੋ ਦੋਸਤੋ, ਅੱਜ ਦੇ ਦਸਤਾਵੇਜ਼ ਦੇ ਵਿੱਚ ਤੁਸੀਂ ਸਵਰਨਜੀਤ ਸਵੀ ਦੇ ਮੂੰਹੋਂ ਉਸ ਦੀਆਂ ਕਵਿਤਾਵਾਂ ਸੁਣੀਆਂ, ਉਸ ਦੀ ਜ਼ਿੰਦਗੀ ਦੇ ਬਾਰੇ ਕੌੜੇ ਮਿੱਠੇ ਅਨੁਭਵ ਸੁਣੇ ਤੇ ਸਾਡੇ ਵਿਸ਼ੇਸ਼ ਮਹਿਮਾਨਾਂ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ, ਅਮਰਜੀਤ ਸਿੰਘ ਗਰੇਵਾਲ ਤੇ ਡਾਕਟਰ ਮਨਮੋਹਨ ਦੇ ਸਵਰਨਜੀਤ ਸਵੀ ਦੀ ਸ਼ਾਇਰੀ ਅਤੇ ਚਿੱਤਰਕਲਾ ਦੇ ਬਾਰੇ ਵਿਚਾਰ ਸੁਣੇ। ਇਸ ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ। ਆਗਿਆ ਦਿਓ। ਸਤਿ ਸ਼੍ਰੀ ਅਕਾਲ।